कर कर बाबा कर कर बाबा गाविए कर कर बाबा गाविए भजन ताल मृदंगर बाबा कर कर बाबा कर कर बाबा गाविए कर कर बाबा गाविए कर कर बाबा गाविए कर कर बाबा गाविए गंग बनारस हिंदुआ मुसलमाना मक्का काबा मुसलमाना मक्का काबा कर कर बाबा गाविए भजन ताल मृदंगर बाबा कर कर बाबा गाविए भजन ताल मृदंगर बाबा भजन ताल मृदंगर बाबा कर कर बाबा कर कर बाबा गाविए कर कर बाबा गाविए कर कर बाबा गाविए कर कर बाबा गाविए बचल होए आया भक्ति उदार अजाबा चार बरन एक बरन होए साध संगत में होए तराबा चार बरन एक बरन होए साध संगत मिल होए तराबा भजन ताल मृदंगर बाबा कर कर बाबा कर कर बाबा गाविए कर कर बाबा गाविए कर कर बाबा गाविए कर कर बाबा गाविए चंदन बास बनस्पत अबल दो नासे मखराबा अबल दो नासे मखराबा हूँ मैं अंदर सबको कुदरत किसकी करे जवाबा कुदरत किसकी करे जवाबा हुक्म मैं अंदर सबको कुदरत किसकी करे जवाब चाहर पीर जगत गुर कर कर बाबा कर कर बाबा गाविए कर कर बाबा गाविए कर कर बाबा गाविए कर कर बाबा गाविए भजन ताल मृदंगर बाबा कर कर बाबा गाविए कर कर बाबा गाविए कर कर बाबा गाविए कर कर बाबा गाविए सतनाम वाहिगुरु सतनाम वाहिगुरु सतनाम वाहिगुरु सतनाम वाहिगुरु सतनाम वाहिगुरु सतनाम वाहिगुरु कोई रसना वांझी न रहे सारे लाहा लैन दा यतन करो वाहिगुरु गुर मंत्र है जप हौमे खोई
ਇਹਨੂੰ ਜਪਣ ਦੇ ਨਾਲ ਹਉਮੈ ਦਾ ਨਾਸ ਹੋ ਜਾਂਦਾ ਹੈ। ਜੋ ਪ੍ਰਾਣੀ ਵਾਹਿਗੁਰੂ ਦਾ ਜਾਪ ਕਰਦਾ ਤਿਉਂ ਤਿਉਂ ਉਹ ਸਤਿਗੁਰਾਂ ਦੇ ਨੇੜੇ ਹੁੰਦਾ ਜਾਂਦਾ ਹੈ। ਸਾਰੇ ਇੱਕੋ ਵਾਰੀ ਬੇਨਤੀ ਤੇ ਆਪ ਜੀ ਪ੍ਰਵਾਨ ਕਰ ਲਿਓ, ਸਾਰੇ ਜਪਣ ਦਾ ਯਤਨ ਕਰਿਓ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜਪੋ। ਧੰਨ ਗੁਰ ਨਾਨਕ, 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 ਧੰਨ ਗੁਰ ਨਾਨਕ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜਪੋ। ਸਤਿਨਾਮ ਬਹੁਤ ਚੰਗੇ ਕਰਮ ਨੇ ਜੋ ਇਸ ਤਰ੍ਹਾਂ ਮਾਲਕ ਦੀ ਗੋਦ ਵਿੱਚ ਬੈਠ ਕਰਕੇ ਆਪ ਜੀ ਹਰੀ ਰਸ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਕਰ ਰਹੇ ਹੋ। ਗੁਰਬਾਣੀ ਫੈਸਲਾ ਦਿੰਦੀ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਤੀ ਤਰਿਆ ਰੇ, ਗੁਰ ਨਾਨਕ ਜਿਨ ਸੁਣੇ ਪੇਖਿਆ, ਸੇ ਫਿਰ ਗਰਵਾਤ ਨਾ ਭਰਿਆ ਰੇ। ਇੱਕ ਵਾਰ ਜਿਹਨੇ ਹਜ਼ੂਰ ਦੇ ਦਰਸ਼ਨ ਦੀਦਾਰ ਕੀਤੇ, ਇੱਕ ਵਾਰ ਜਿਹਨੇ ਹਜ਼ੂਰ ਦੇ ਨਾਲ ਮੁਲਾਕਾਤ ਕੀਤੀ, ਇੱਕ ਵਾਰ ਹਜ਼ੂਰ ਨੂੰ ਜਿਹਨੇ ਵੇਖ ਲਿਆ, ਜਿਹਨੇ ਬਚਨ ਸੁਣ ਲਏ, ਉਹ ਸਤਿਗੁਰਾਂ ਦਾ ਹੋ ਗਿਆ। ਉਹਨੇ ਆਪਣਾ ਮਜ਼ਹਬ ਨਹੀਂ ਵੇਖਿਆ, ਉਹਨੇ ਆਪਣਾ ਧਰਮ ਨਹੀਂ ਵੇਖਿਆ, ਉਹਨੇ ਆਪਣਾ ਫਿਰਕਾ ਨਹੀਂ ਵੇਖਿਆ, ਸਾਰਾ ਕੁਝ ਛੱਡ ਛਡਾ ਕੇ ਉਹ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭੌਰਾ ਬਣ ਗਿਆ। ਜਿਹੜਾ ਇਤਿਹਾਸ ਦਾ ਮਰਜ਼ੀ ਪੰਨਾ ਚੱਕ ਲਈਏ, ਹਜ਼ੂਰ ਨੇ ਐਸੀ ਰਹਿਮਤ ਕਿਰਪਾ ਕੀਤੀ, ਪਹਿਲੀ ਗਰੀਬ ਨਵਾਜੀ ਦੌਲਤਾਂ ਦਾਈ ਤੇ ਕੀਤੀ, ਜਿਹੜੀ ਅੱਤ ਦੀ ਗਰੀਬ ਹੈ, ਜਿਹੜੀ ਕਹਿੰਦੀ ਸੀ ਮੈਂ ਤਾਂ ਕਾਲੂ ਜੀ ਨੂੰ ਵੀ ਜਦੋਂ ਤੇਰੇ ਘਰ ਖੁਸ਼ੀਆਂ ਦਾ ਸਮਾਂ ਆਇਆ ਤੇ ਰੱਜ ਕੇ ਨਿਕਲਾਂਗੀ, ਰੱਜ ਕੇ ਦੌਲਤ ਲੈਣੀ ਹੈ। ਸਿਰਫ ਤੇ ਸਿਰਫ ਇੱਕੋ ਵਾਰ ਹਜ਼ੂਰ ਦੇ ਦਰਸ਼ਨ ਕੀਤੇ, ਜਦੋਂ ਹਜ਼ੂਰ ਦਾ ਪ੍ਰਕਾਸ਼ ਹੋਇਆ, ਆਗਮਨ ਹੋਇਆ ਧੰਨ ਗੁਰੂ ਨਾਨਕ ਸਾਹਿਬ ਦਾ। ਕਿੰਨੀ ਦੌਲਤਾਂ, ਚੰਗੀ ਭਾਗਾਂ ਵਾਲੀ, ਨਾ ਮਾਂ ਬਾਪ ਨੂੰ ਪਹਿਲਾਂ ਦਰਸ਼ਨ ਹੋਏ, ਪਹਿਲਾਂ ਦਰਸ਼ਨ ਹੀ ਦੌਲਤਾਂ ਦਾਈ ਨੂੰ ਹੋਏ, ਤੇ ਸੰਸਾਰ ਦੀ ਮਾਇਆ ਦੀ ਭੁੱਖ ਨਾ ਰਹੀ। ਸੱਜਣ ਠੱਗ ਵਰਗਿਆਂ ਦੇ ਨਾਲ ਮੁਲਾਕਾਤ ਹੋਈ, ਉਹਨੇ ਆਪਣੇ ਔਗਣਾਂ ਦਾ ਮੱਥਾ ਟੇਕ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਸਤਿਗੁਰੂ ਜੀ, ਅੱਜ ਤੋਂ ਬਾਅਦ ਮੈਂ ਇਹ ਗਲਤੀਆਂ ਨਹੀਂ ਕਰਾਂਗਾ। ਤੇ ਹਜ਼ੂਰ ਨੇ ਸਮਝਾਇਆ ਸੀ, ਸੱਜਣਾ, ਜਦੋਂ ਕਿਸੇ ਦੇ ਸੱਜਣ ਬਣ ਜਾਈਏ ਫਿਰ ਕਿਸੇ ਨਾਲ ਦਗਾ ਥੋੜੀ ਕਰੀਦਾ ਹੈ। ਕੌਡੇ ਰਾਖਸ਼ ਵਰਗੇ, ਬਲੀ ਕੰਧਾਰੀ ਵਰਗਿਆਂ ਦੇ ਨਾਲ ਇੱਕ ਇੱਕ ਵਾਰ ਹਜ਼ੂਰ ਦੀ ਮੁਲਾਕਾਤ ਹੋਈ, ਉਹ ਸਤਿਗੁਰਾਂ ਦੇ ਚਰਨਾਂ ਦੇ ਭੌਰੇ ਬਣ ਗਏ। ਹਜ਼ੂਰ ਆਪ ਗਏ ਨੇ ਜਿੱਥੇ ਕੋਈ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਦੇ ਵਿੱਚ ਫਸਿਆ ਹੋਇਆ, ਜਾਂ ਕੋਈ ਜਿੱਥੇ ਪ੍ਰੇਮ ਦੇ ਨਾਲ ਕੋਈ ਹਜ਼ੂਰ ਨੂੰ ਯਾਦ ਕਰਦਾ ਸੀ, ਹਜ਼ੂਰ ਆਪ ਗਏ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ। ਮੈਂ ਸਮੇਂ ਦੇ ਵਿੱਚ ਰਹਿ ਕਰਕੇ ਸਮਾਪਤੀ ਕਰ ਦੇਣੀ। ਇੱਕ ਪੰਛੀ ਝਾਤ ਸਤਿਗੁਰਾਂ ਦੇ ਜੀਵਨ ਤੋਂ, ਕਿਵੇਂ ਦਿਆਲੂ ਕਿਰਪਾਲੂ, ਆਪ ਰਹਿਮਤ ਕਰ ਦਿੰਦਾ, ਆਪ ਕੋਲ ਗਿਆ। ਜਦੋਂ ਹਜ਼ੂਰ ਜਗਤ ਜਲੰਦੇ ਨੂੰ ਉਤਾਰਦੇ ਹੋਏ, ਨਾਲ ਭਾਈ ਮਰਦਾਨਾ ਜੀ, ਇੱਕ ਬਾਬਾ ਅਕਾਲ ਰੂਪ, ਦੂਜਾ ਰਵਾਬੀ ਮਰਦਾਨਾ, ਦੀਪਾਲਪੁਰ ਨਗਰ ਦੇ ਵਿੱਚ ਗਏ ਨਾ, ਕਿਸੇ ਨੇ ਵੀ ਸਤਿਗੁਰਾਂ ਨੂੰ ਜੀ ਆਇਆ ਨਹੀਂ ਆਖਿਆ, ਆਦਰ ਮਾਣ ਸਤਿਕਾਰ ਨਹੀਂ ਕੀਤਾ।
ਉਲਟਾ ਸਤਿਗੁਰਾਂ ਨੂੰ ਹੁਜਤਾਂ ਕਰ ਰਹੇ ਨੇ, ਮਖੌਲ ਕਰ ਰਹੇ ਨੇ, ਟਿਚਰਾਂ ਕਰ ਰਹੇ ਨੇ। ਕਈ ਇਤਿਹਾਸਕਾਰਾਂ ਨੇ ਇਹ ਵੀ ਬਚਨ ਲਿਖੇ ਨੇ ਕਿ ਉੱਥੇ ਸਤਿਗੁਰਾਂ ਨੂੰ ਇੱਟਾਂ ਪੱਥਰ ਰੋੜੇ ਵੀ ਮਾਰੇ ਨੇ। ਤੇ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰ ਜੀ ਆਸਮਾਨ ਤੇ ਕਾਲੇ ਬੱਦਲ ਛਾਏ ਹੋਏ ਨੇ, ਅੱਜ ਰਾਤ ਫਿਰ ਕਿੱਥੇ ਕੱਟਾਂਗੇ? ਇਹ ਨਗਰ ਤੇ ਪ੍ਰੇਮ ਤੋਂ ਸਖਣੇ ਲੋਕਾਂ ਦਾ ਨਗਰ ਹੈ, ਇੱਥੇ ਤੇ ਕਿਸੇ ਨੇ ਪਨਾਹ ਨਹੀਂ ਦੇਣੀ। ਤੇ ਹਜ਼ੂਰ ਕਹਿੰਦੇ ਆ ਤੈਨੂੰ ਮੈਂ ਲੈ ਕੇ ਚੱਲਦਾ ਹਾਂ। ਦੇ ਵਿੱਚੋਂ ਲੰਘੇ ਨੇ, ਅੱਗੇ ਜਦੋਂ ਜੰਗਲ ਸ਼ੁਰੂ ਹੋਇਆ ਤੇ ਦੂਰੋਂ ਇੱਕ ਮੱਠੀ ਜਦੋਂ ਲਾਈਟ ਜਲਦੀ ਨਜ਼ਰ ਆਈ ਨਾ, ਮਰਦਾਨੇ ਨੂੰ ਆਖਿਆ ਹਜ਼ੂਰ ਨੇ, ਕਹਿੰਦੇ ਉਹ ਵੇਖ ਦੂਰੋਂ ਦੀਵੇ ਦੀ ਲਾਈਟ ਚੱਲਦੀ ਹੈ ਨਾ, ਨਜ਼ਰ ਆ ਰਹੀ ਤੈਨੂੰ, ਰੌਸ਼ਨੀ ਨਜ਼ਰ ਆ ਰਹੀ ਹੈ, ਰਾਤ ਅਸੀਂ ਉੱਥੇ ਕੱਟਣੀ ਹੈ। ਹਜ਼ੂਰ ਨਾਲ ਭਾਈ ਮਰਦਾਨਾ ਜੀ ਨੇੜੇ ਜਦੋਂ ਗਏ ਤੇ ਸਤਿਗੁਰਾਂ ਦਾ ਹੁਕਮ ਪਾ ਕੇ ਭਾਈ ਮਰਦਾਨਾ ਜੀ ਨੇ ਆਵਾਜ਼ ਮਾਰੀ, ਭਾਈ ਕੋ ਅੰਦਰ ਹੈ। ਜਦੋਂ ਲਾਗੇ ਹੋਏ ਨਾ ਤੇ ਭਾਈ ਮਰਦਾਨਾ ਜੀ ਨੇ ਆਪਣਾ ਮੁੱਖ ਕੱਪੜੇ ਦੇ ਨਾਲ ਢੱਕ ਲਿਆ, ਨੱਕ ਨੂੰ ਢੱਕ ਲਿਆ ਇਸ ਤਰ੍ਹਾਂ। ਤੇ ਹਜ਼ੂਰ ਨੇ ਆਖਿਆ, ਮਰਦਾਨਿਆ ਮੁੱਖ ਨੂੰ ਕਿਉਂ ਢੱਕਦਾ? ਤੇ ਮਰਦਾਨਾ ਜੀ ਨੇ ਆਖਿਆ, ਹਜ਼ੂਰ ਇੱਥੋਂ ਬਦਬੂ ਆਉਂਦੀ ਹੈ, ਅੰਦਰੋਂ ਬਦਬੂ ਆਉਂਦੀ ਹੈ ਸਤਿਗੁਰ ਜੀ। ਤੇ ਹਜ਼ੂਰ ਨੇ ਆਖਿਆ, ਭਾਈ ਜੇ ਤੈਨੂੰ ਵੀ ਇੱਥੋਂ ਬਦਬੂ ਆਉਣ ਲੱਗ ਪਈ, ਫਿਰ ਇਸ ਬਦਬੂ ਨੂੰ ਖੁਸ਼ਬੂ ਵਿੱਚ ਕੌਣ ਰੰਗੇਗਾ? ਫਿਰ ਅੱਗੇ ਹੋ ਕੇ ਆਵਾਜ਼ ਦੇ, ਵੇਖ ਕੌਣ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਦੇ ਜਾਣਦੇ ਨੇ, ਅੰਦਰ ਕੋੜ ਦੇ ਨਾਲ ਇੱਕ ਗਰਸਿਆ ਹੋਇਆ ਪ੍ਰਾਣੀ ਹੈ, ਉਹਦਾ ਨਾਂ ਹੈ ਨੂਰ ਸ਼ਾਹ ਰਾਈ, ਜਿਹਦੇ ਸਰੀਰ ਨੂੰ ਕੋੜ ਹੋਇਆ ਸੀ। ਘਰ ਵਾਲਿਆਂ ਨੇ ਘਰ ਵਿੱਚੋਂ ਕੱਢ ਦਿੱਤਾ, ਇਲਾਜ ਕਰਾਇਆ, ਜਦੋਂ ਵੱਧਦਾ ਗਿਆ ਰੋਗ, ਕਹਿੰਦੇ ਤੇ ਸਾਨੂੰ ਵੀ ਹੋ ਜਾਏਗਾ। ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ, ਪਿੰਡ ਵਾਲਿਆਂ ਨੇ ਵੀ ਕੱਢ ਦਿੱਤਾ, ਕਹਿੰਦੇ ਤੇਰੀ ਲਪੇਟ ਵਿੱਚ ਸਾਰਾ ਹੀ ਪਿੰਡ ਆ ਜਾਏਗਾ। ਦੂਰ ਇੱਕ ਝੌਂਪੜੀ ਦੇ ਵਿੱਚ ਇਸ ਤਰ੍ਹਾਂ ਇਹ ਕੋੜ ਦੇ ਨਾਲ ਗਰਸਿਆ ਹੋਇਆ ਪ੍ਰਾਣੀ ਹੈ, ਤੇ ਕੋੜੀ ਦੀ ਹਾਲਤ ਬੜੀ ਬੁਰੀ ਹੁੰਦੀ ਹੈ, ਨਾ ਤੇ ਕੋਈ ਕੱਪੜਾ ਪਾ ਸਕਦਾ ਤੇ ਨਾ ਕੋਈ ਲਾਹ ਸਕਦਾ ਹੈ। ਜਦੋਂ ਕੋਈ ਕੱਪੜਾ ਕੋੜੀ ਪਾਉਂਦਾ ਹੈ ਨਾ, ਜ਼ਖਮ ਹੁੰਦੇ ਨੇ, ਜਿਹੜਾ ਪਾਣੀ ਵਿੱਚੋਂ ਜ਼ਖਮਾਂ ਦੇ ਨਾਲ ਦਾ ਕੱਪੜਾ ਸੋਖ ਲੈਂਦਾ ਅੰਦਰ ਨੂੰ, ਕੱਪੜਾ ਜ਼ਖਮਾਂ ਦੇ ਨਾਲ ਚੁੰਬੜ ਜਾਂਦਾ ਹੈ। ਤੇ ਜਦੋਂ ਕੱਪੜਾ ਉਤਾਰਦਾ ਤੇ ਫਿਰ ਸਾਰੇ ਜ਼ਖਮ ਪੱਟੇ ਜਾਂਦੇ ਨੇ। ਬੜੀ ਬੁਰੀ ਹਾਲਤ ਹੁੰਦੀ ਹੈ ਕੋੜੀ ਦੀ। ਇਹਨੂੰ ਹਜ਼ੂਰ ਨੇ ਆਖਿਆ ਪੱਕਾ ਰੋਗੀ। ਇਸ ਤਰ੍ਹਾਂ ਇਹ ਆਪਣਾ ਝੁੱਗੀ ਦੇ ਵਿੱਚ ਬੈਠ ਕੇ ਨਿਰਵਾਹ ਕਰਦਾ ਹੈ। ਕਿਸੇ ਨੂੰ ਤਰਸ ਆ ਜਾਣਾ ਤੇ ਬਾਹਰ ਦੂਰ ਪ੍ਰਸ਼ਾਦਾ ਰੱਖ ਦਿੰਦੇ ਸਨ। ਉਦੋਂ ਨੂਰ ਸ਼ਾਹ ਰਾਈ ਅੰਦਰ ਹੁੰਦਾ ਸੀ, ਜਦੋਂ ਪ੍ਰਸ਼ਾਦਾ ਰੱਖਣਾ ਹੁੰਦਾ ਸੀ ਤੇ ਉਹਨੇ ਚਲੇ ਜਾਣਾ ਵਾਪਸ, ਤੇ ਨੂਰ ਸ਼ਾਹ ਰਾਈ ਨੇ ਬਾਹਰੋਂ ਫਿਰ ਪ੍ਰਸ਼ਾਦਾ ਚੱਕ ਕੇ ਉਹ ਛਕ ਲੈਣਾ ਤੇ ਪੇਟ ਦੀ ਪੂਰਤੀ ਕਰਨੀ। ਇਸ ਤਰ੍ਹਾਂ ਇਹ ਗਰਸਿਆ ਹੋਇਆ ਹੈ। ਤੇ ਜਦੋਂ ਆਵਾਜ਼ ਮਾਰੀ ਨਾ ਭਾਈ ਮਰਦਾਨਾ ਜੀ ਨੇ, ਭਾਈ ਕੋਈ ਹੈ? ਅੰਦਰੋਂ ਆਵਾਜ਼ ਆਈ, ਤੁਸੀਂ ਕੌਣ? ਆਖਿਆ ਮੈਂ ਧੰਨ ਗੁਰੂ ਨਾਨਕ ਸਾਹਿਬ ਦਾ ਰਵਾਬੀ ਹਾਂ, ਉਹਨਾਂ ਦਾ ਸੇਵਾਦਾਰ ਹਾਂ। ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ, ਹਿਰਦੇ ਵਿੱਚ ਠੰਡ ਵਰਤ ਗਈ। ਤੇ ਗੁਰੂ ਸਾਹਿਬ ਜਦੋਂ ਅੰਦਰ ਦਾਖਲ ਹੋਏ ਤੇ ਨੂਰ ਸ਼ਾਹ ਰਾਈ ਨੇ ਸਤਿਗੁਰਾਂ ਦੇ ਚਰਨ ਫੜ ਲਏ। ਸਤਿਗੁਰ ਜੀ, ਇਹ ਕਿਰਪਾ ਰਹਿਮਤ ਤੁਸੀਂ ਕੀਤੀ ਏ, ਐਦਾਂ ਆਦਮੀ ਵੇਖਿਆ ਨੂੰ ਕਈ ਸਮਾਂ ਹੋ ਗਿਆ, ਵੇਖਿਆ ਹੀ ਨਹੀਂ। ਅੰਦਰ ਝੌਂਪੜੀ ਦੇ ਵਿੱਚ ਰਹਿੰਦਾ, ਬਾਹਰ ਕੋਈ ਪ੍ਰਸ਼ਾਦਾ ਰੱਖ ਦਿੰਦਾ, ਜਦੋਂ ਚਲਾ ਜਾਂਦਾ ਫਿਰ ਮੈਂ ਪ੍ਰਸ਼ਾਦਾ ਚੱਕਣ ਜਾਂਦਾ। ਸਤਿਗੁਰ ਜੀ ਮੁੱਤਾਂ ਹੋ ਗਈਆਂ ਸੀ, ਮੇਰੇ ਤੇ ਲਾਗੇ ਕੋਈ ਜਾਨਵਰ ਨਹੀਂ ਆਉਂਦਾ। ਇਹ ਰਹਿਮਤਾਂ ਤੁਸੀਂ ਕੀਤੀਆਂ ਨੇ, ਤੁਸੀਂ ਮੇਰੇ ਕੋਲ ਆਏ ਹੋ। ਤੇ ਹਜ਼ੂਰ ਨੇ ਸਮਝਾਇਆ, ਨੂਰ ਸ਼ਾਹ ਰਾਈ ਕਰਤੇ ਦੀ ਸਿਫਤ ਕਰਿਆ ਕਰ, ਉਹਦੀ ਯਾਦ ਵਿੱਚ ਜੁੜਿਆ ਕਰ। ਇਹ ਸਰੀਰ ਦੇ ਰੋਗ ਤੇ ਕੁਝ ਵੀ ਨਹੀਂ, ਦੁੱਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ। ਕੋਈ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਸੱਚੀ ਬਾਣੀ ਸੁਣ ਲਏ, ਜਨਮਾਂ ਜਮੰਤਰਾਂ ਦੇ ਦੁੱਖ ਦੂਰ ਹੋ ਜਾਂਦੇ ਨੇ। ਸਰਬ ਰੋਗ ਕਾ
ਔਖਦ ਨਾਮ। ਸਾਰੇ ਰੋਗਾਂ ਦੀ ਦਵਾਈ ਇੱਕ ਹੈ, ਉਹ ਹੈ ਨਾਮ। ਨੂਰ ਸ਼ਾਹ ਰਾਈ ਇਬਾਦਤ ਕਰਿਆ ਕਰ ਮਾਲਕ ਦੀ। ਜਦੋਂ ਪਰਮੇਸ਼ਰ ਨੂੰ ਭੁੱਲ ਜਾਈਏ ਤੇ ਸਰੀਰ ਨੂੰ ਫਿਰ ਰੋਗ ਚੁੰਬੜ ਜਾਂਦੇ ਨੇ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੇ ਹਜ਼ੂਰ ਨੇ ਉਹਦੀ ਝੁੱਗੀ ਦੇ ਵਿੱਚ ਫਿਰ ਕੀਰਤਨ ਕੀਤਾ। ਕਹਿੰਦੇ ਨੂਰ ਸ਼ਾਹ ਰਾਈ ਆ ਬੈਠ, ਰਲ ਮਿਲ ਕੇ ਕਰਤਾਰ ਦੀ ਸਿਫਤ ਕਰੀਏ। ਤੇ ਹਜ਼ੂਰ ਨੇ ਉਸ ਜਗ੍ਹਾ ਤੇ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕੀਤਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਜੈ ਤਨ ਵਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਕਹਿੰਦੇ ਨੂਰ ਸ਼ਾਹ ਰਾਈ ਉਸ ਪ੍ਰਾਣੀ ਦੀ ਵੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ ਜਿਵੇਂ ਕੋਹੜੀ ਦਾ ਰੋਗੀ ਹੋਵੇ ਨਾ, ਕੋਹੜ ਦਾ ਰੋਗੀ ਹੋਵੇ, ਜਿਵੇਂ ਉਹ ਹਾਏ ਹਾਏ ਕਰਦਾ ਹੈ। ਨਾਮ ਤੋਂ ਸਖਣਾ ਵੀ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਹਾਏ ਹਾਏ ਕਰਦਾ। ਸਾਰੀ ਰਾਤ ਗੁਰੂ ਪਿਆਰਿਓ ਕਰਤੇ ਦੀ ਸਿਫਤ ਹੋਈ। ਹਜ਼ੂਰ ਨੇ ਕੀਰਤਨ ਕੀਤਾ ਤੇ ਉਹ ਚਰਨਾਂ ਦੇ ਵਿੱਚ ਬੈਠਾ ਹੋਇਆ ਨੂਰ ਸ਼ਾਹ ਰਾਈ। ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਹਜ਼ੂਰ ਜਦੋਂ ਚੱਲਣ ਲੱਗੇ ਨੇ, ਕਹਿੰਦੇ ਨੂਰ ਸ਼ਾਹ ਰਾਈ ਹੁਣ ਸਾਨੂੰ ਆਗੇ ਦੇ, ਅਸੀਂ ਜਾਣਾ ਹੈ। ਸਤਿਗੁਰ ਜੀ ਜਦੋਂ ਆਪਣੇ ਸਰੀਰ ਵੱਲ ਵੇਖਦਾ ਇੰਜ ਲੱਗਦਾ ਜਿਵੇਂ ਕੋਈ ਰੋਗ ਹੋਇਆ ਹੀ ਨਾ ਹੋਵੇ, ਕਿਉਂਕਿ ਸਮਰੱਥ ਗੁਰੂ ਹੈ, ਕੁਝ ਵੀ ਕਰ ਸਕਦਾ ਹੈ। ਉਹ ਤੇ ਕਿੰਤੂ ਪਰੰਤੂ ਨਹੀਂ ਹੈ। ਗੁਰੂ ਤੇ ਕਿੰਤੂ ਪਰੰਤੂ ਨਹੀਂ। ਕੀਰਤਨ ਸੁਣਨ ਵਿੱਚ ਇੰਨੀ ਤਾਕਤ ਹੈ। ਬਾਣੀ ਜਿਹੜਾ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਸੁਣਦਾ, ਇੰਨੀ ਤਾਕਤ ਹੈ। ਸਰੀਰ ਵੱਲ ਵੇਖਦਾ, ਜਿਹੜਾ ਹਰ ਵੇਲੇ ਹਾਏ ਹਾਏ ਕਰਦਾ ਸੀ, ਉਹ ਹੁਣ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ। ਕਲ ਤਾਤੀ ਠੰਡਾ ਹਰ ਨਾਉ। ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਮਨ ਨੂੰ ਵੀ ਠੰਡ ਮਿਲੀ। ਕੀਰਤਨ ਸੁਣ ਕੇ ਮਨ ਨੂੰ ਵੀ ਠੰਡ ਮਿਲੀ। ਸਰੀਰ ਵੀ ਅਰੋਗ ਹੋ ਗਿਆ ਗੁਰੂ ਪਿਆਰਿਓ। ਤੇ ਸਤਿਗੁਰ ਜੀ ਹੁਣ ਜਾਣ ਦੀ ਗੱਲ ਨਾ ਕਰੋ। ਮੇਰਾ ਤੇ ਬਹੁਤਾ ਪ੍ਰੇਮ ਸੀ ਘਰ ਵਾਲਿਆਂ ਨੇ ਵੀ ਘਰ ਵਿੱਚੋਂ ਕੱਢ ਦਿੱਤਾ, ਨਗਰ ਵਾਲਿਆਂ ਨੇ ਨਗਰ ਵਿੱਚੋਂ ਕੱਢ ਦਿੱਤਾ ਸੀ। ਪਾਤਸ਼ਾਹ ਇਹ ਨਵਾਂ ਜੀਵਨ ਤੁਸੀਂ ਮੈਨੂੰ ਬਖਸ਼ਿਆ ਹੈ, ਹੁਣ ਜਾਣ ਦੀ ਗੱਲ ਨਾ ਕਰੋ। ਤੇ ਸਤਿਗੁਰਾਂ ਨੇ ਆਖਿਆ ਭਾਈ ਤੈਨੂੰ ਤੇ ਤਨ ਦੇ ਰੋਗ ਸੀ, ਅਜੇ ਕਈ ਮਨ ਦੇ ਕੋੜੀ ਵੀ ਨੇ, ਕਈ ਮਨ ਦੇ ਰੋਗੀ ਨੇ। ਸਾਡਾ ਪੈਂਡਾ ਬੜਾ ਲੰਬਾ ਹੈ, ਸਤਿਗੁਰੂ ਜੀ ਕੋਈ ਉਪਦੇਸ਼ ਬਖਸ਼ੋ। ਤੇ ਹਜ਼ੂਰ ਨੇ ਆਖਿਆ ਭਾਈ ਕਰਤੇ ਦੀ ਸਿਫਤ ਵਿੱਚ ਜੁੜਿਆ ਕਰ, ਉੱਠ ਕੇ ਉਹ ਅੱਲਾ ਨੂੰ ਯਾਦ ਕਰਿਆ ਕਰ। ਕੋਈ ਮੁਸਲਮਾਨ ਨੇ, ਹਜ਼ੂਰ ਨੇ ਕਿਸੇ ਦਾ ਧਰਮ ਬਦਲਣ ਵਾਸਤੇ ਨਹੀਂ ਕਿਹਾ। ਤੇ ਯਾਦ ਰੱਖਿਓ ਨਾ ਹੀ ਕਦੀ ਧਰਮ ਬਦਲਣ ਦੇ ਨਾਲ ਜ਼ਿੰਦਗੀ ਕਦੀ ਤਬਦੀਲ ਹੁੰਦੀ ਹੈ। ਜਦੋਂ ਵੀ ਤਬਦੀਲੀ ਆਉਂਦੀ ਹੈ ਮਾਲਕ ਦਾ ਹੁਕਮ ਮੰਨਣ ਦੇ ਨਾਲ ਜ਼ਿੰਦਗੀ ਦੇ ਵਿੱਚ ਤਬਦੀਲੀ ਆਉਂਦੀ, ਧਰਮ ਬਦਲਣ ਦੇ ਨਾਲ ਕਦੀ ਤਬਦੀਲੀ ਨਹੀਂ ਆਉਂਦੀ। ਪਰ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ। ਸਤਿਗੁਰੂ ਜੀ ਉਪਦੇਸ਼ ਦਿਓ। ਹਜ਼ੂਰ ਕਹਿੰਦੇ ਭਾਈ ਕਰਤਾਰ ਦੀ ਸਿਫਤ ਵਿੱਚ ਜੁੜਿਆ ਕਰ, ਦਸਾਂ ਨਹੁੰ ਦੀ ਕਿਰਤ ਕਰੀ, ਕਿਸੇ ਦਾ ਭਲਾ ਕਰਨ ਦਾ ਯਤਨ ਕਰੀ, ਕਿਸੇ ਦਾ ਹੱਕ ਮਾਰ ਕੇ ਨਾ ਖਾਈ। ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਬਦ ਦੋ ਜਾਈ। ਨੂਰ ਸ਼ਾਹ ਰਾਈ ਦਸਾਂ ਨਹੁੰ ਦੀ ਕਿਰਤ ਕਰਿਆ ਕਰ, ਨਾਮ ਜਪਿਆ ਕਰ। ਸਤਿਗੁਰੂ ਜੀ ਜਦੋਂ ਮੁੜ ਕੇ ਦਰਸ਼ਨਾਂ ਨੂੰ ਮਨ ਕਰੇ, ਕਹਿੰਦੇ ਜ਼ਰੂਰ ਹੋਣਗੇ। ਜਦੋਂ ਵੀ ਤੂੰ ਪ੍ਰੇਮ ਦੇ ਨਾਲ ਯਾਦ ਕਰੇਂਗਾ ਨਾ, ਅੱਲਾ ਦੀ ਇਬਾਦਤ ਕਰਕੇ ਤੂੰ ਜਦੋਂ ਯਾਦ ਕਰੇਂਗਾ ਤੈਨੂੰ ਦਰਸ਼ਨ ਹੋਇਆ ਕਰਨਗੇ। ਐਸੀ ਹਜ਼ੂਰ ਨੇ ਨੂਰ ਸ਼ਾਹ ਰਾਈ ਤੇ ਕਿਰਪਾ ਕਰ ਦਿੱਤੀ ਗੁਰੂ ਪਿਆਰਿਓ, ਜਿਹਨੂੰ ਕੋਈ ਦੇਖ ਕੇ ਰਾਜੀ ਨਹੀਂ ਸੀ। ਧੰਨ ਗੁਰੂ ਨਾਨਕ ਸਾਹਿਬ ਨੇ ਕੋਹੜੀ ਨੂੰ ਵੀ ਗਲ ਦੇ ਨਾਲ ਲਾਇਆ ਹੈ। ਇਹ ਦਾਰੀ ਐਸਾ ਹੈ ਜਿਹਨੂੰ ਕੋਈ ਨਾ ਝੱਲੇ, ਉਹਨੂੰ ਗੁਰੂ ਨਾਨਕ ਦੇ ਦਰ ਤੋਂ ਰਹਿਮਤਾਂ ਵਰਸਦੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਉਹਨੂੰ ਗਲ ਬੱਕੜੀ ਦੇ ਨਾਲ ਲਾ ਲੈਂਦੇ ਨੇ, ਜਿਹਨੂੰ ਕਿਤੇ ਮਾਣ ਸਤਿਕਾਰ ਨਾ ਮਿਲਦਾ ਹੋਵੇ। ਕਿਉਂਕਿ ਗੁਰੂ ਦਾ ਸੁਭਾਅ ਪਤਾ ਕੀ ਹੈ, ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ, ਇਹ ਬਿਰਦ ਸੁਆਮੀ ਸੰਦਾ। ਇਹ ਤੇ ਪਰਮੇਸ਼ਰ ਦਾ ਸੁਭਾਅ ਹੈ।
ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਹਜ਼ੂਰ ਉਹਨੂੰ ਗਲ ਦੇ ਨਾਲ ਲਾ ਲੈਂਦੇ ਨੇ। ਸੰਸਾਰ ਦੇ ਨੂੰ ਤਾਂ ਕੋਈ ਪਤਾ ਲੱਗ ਜਾਏ ਕਿਸੇ ਵਿੱਚ ਕੋਈ ਔਗਣ ਹੈ, ਕੋਈ ਚੋਰ ਚੋਰੀ ਕਰਦਾ ਹੋਵੇ ਤੇ ਲੋਕ ਉਹਦਾ ਵਸਾਹ ਨਹੀਂ ਕਰਦੇ, ਪਹਿਲੀ ਕਰਦੇ ਘਰ ਕੋਈ ਵੜ ਨਹੀਂ ਦਿੰਦਾ। ਜੇ ਭੁੱਲ ਭੁਲੇਖੇ ਵੜ ਜਾਏ ਤੇ ਕਹਿੰਦੇ ਦਾ ਖਿਆਲ ਰੱਖਿਓ। ਪਰ ਉਹੀ ਚੋਰ ਜੇ ਗੁਰੂ ਨਾਨਕ ਦੇ ਦਰ ਤੇ ਆ ਜਾਵੇ ਨਾ ਖਿਮਾ ਮੰਗਣ ਵਾਸਤੇ, ਤੇ ਇੱਥੇ ਸਾਰਿਆਂ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਗੁਰੂ ਨਾਨਕ ਦੇ ਘਰ ਦੀ ਰਹਿਮਤ ਹੈ। ਭਜਨ ਵੀ ਤੇ ਭੋਜਨ ਵੀ ਇੱਥੇ ਸਾਰਿਆਂ ਨੂੰ ਇੱਕੋ ਜਿਹਾ ਮਿਲਦਾ। ਚਾਹੇ ਦੁਨੀਆ ਦਾ ਕਿੱਡਾ ਵੀ ਧਨਾੜ ਕੋਈ ਆ ਜਾਵੇ, ਉਹਦੇ ਵਾਸਤੇ ਵੱਖਰੀ ਪੰਗਤ ਨਹੀਂ। ਜਿੱਥੇ ਕੋਈ ਗਰੀਬ ਛਕਦਾ ਹੈ ਉੱਥੇ ਨਾਲ ਅਮੀਰ ਵੀ ਗੋਡਾ ਲਾ ਕੇ ਬੈਠਾ ਹੈ। ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਸੋ ਆਪ ਜੀ ਦੇ ਬਹੁਤ ਚੰਗੇ ਕਰਮ ਨੇ ਜੋ ਮਹਾਂਪੁਰਸ਼ਾਂ ਦੇ ਨਾਲ ਮਿਲ ਕੇ ਸ਼੍ਰੀਮਾਨ ਸੰਤ ਬਾਬਾ ਹਰਦੇਵ ਸਿੰਘ ਜੀ ਤਲਵੰਡੀ ਰਾਈਆਂ ਮਹਾਂਪੁਰਸ਼ਾਂ ਦੇ ਨਾਲ ਮਿਲ ਕਰਕੇ ਆਪ ਜੀ ਵੀ ਸਤਿਗੁਰਾਂ ਦੇ ਆਗਮਨ ਪੁਰਬ ਮਨਾ ਰਹੇ ਹੋ। ਗੁਰੂ ਦੀ ਗੋਦ ਵਿੱਚ ਬੈਠੇ ਹੋ। ਯਕੀਨ ਕਰਿਓ ਇਹ ਤੋਂ ਵੱਧ ਚੰਗੇ ਕਰਮ ਕੋਈ ਹੋਰ ਹੋ ਨਹੀਂ ਸਕਦੇ। ਸਭ ਤੋਂ ਚੰਗੇ ਕਰਮ ਨੇ। ਪਾਤਸ਼ਾਹ ਨੇ ਆਪਣੀ ਗੋਦ ਵਿੱਚ ਸਾਨੂੰ ਸਾਰਿਆਂ ਨੂੰ ਬਿਠਾਇਆ ਹੈ। ਪਾਤਸ਼ਾਹ ਨੇ ਹਰੀ ਜਸ ਕਰਵਾਇਆ ਹੈ। ਰੋਮ ਰੋਮ ਕਰਕੇ ਗੁਰੂ ਸਾਹਿਬ ਦਾ ਧੰਨਵਾਦ ਕਰੀਏ। ਆਓ 2-3 ਮਿੰਟ ਦਾ ਸਮਾਂ ਮੇਰਾ ਬਚਦਾ ਹੈ। ਸਾਰੇ ਗੁਰਮੰਤਰ ਦੇ ਨਾਲ ਜੁੜ ਜਾਈਏ, ਕਰਤੇ ਦੀ ਸਿਫਤ ਵਿੱਚ ਜੁੜ ਜਾਈਏ। ਜਿਹਨੇ ਇੱਕ ਵਾਰ ਵੀ ਪਿਆਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਨੂੰ ਧੰਨ ਕਿਹਾ ਹੈ, ਉਹ ਮੁੜ ਕੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਂਦਾ। ਇਹ ਯਾਦ ਰੱਖਿਓ ਤੇ ਭਾਵਨਾ ਬਣਾਓ, ਪ੍ਰੇਮ ਬਣਾਓ। ਸਾਰੇ ਗੱਜ ਵੱਜ ਕੇ ਜਪਿਓ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ। ਧੰਨ ਗੁਰ ਨਾਨਕ, ਧੰਨ ਗੁਰ ਨਾਨਕ, ਧੰਨ ਗੁਰ ਨਾਨਕ, ਧੰਨ ਗੁਰ ਨਾਨਕ। ਧੰਨ ਗੁਰ ਨਾਨਕ, ਧੰਨ ਗੁਰ ਨਾਨਕ, ਧੰਨ ਗੁਰ ਨਾਨਕ, ਧੰਨ ਗੁਰ ਨਾਨਕ। ਧੰਨ ਗੁਰ ਨਾਨਕ, ਧੰਨ ਗੁਰ ਨਾਨਕ, ਧੰਨ ਗੁਰ ਨਾਨਕ, ਧੰਨ ਗੁਰ ਨਾਨਕ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ। ਬਚਨ ਤਾਲ ਮਿਰਦੰਗਨ ਬਾਬਾ, ਘਰ ਘਰ ਬਾਬਾ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ